ਦੇਸ਼ ਦੇ ਵਿੱਚ ਅੱਖਾਂ ਨੂੰ ਲੈ ਕੇ ਜਿਹੜੀ ਨਵੀਂ ਬਿਮਾਰੀ ਆ ਰਹੀ ਹੈ ਉਹ ਬਹੁਤ ਖਤਰਨਾਕ ਸਿੱਧ ਹੋ ਰਹੀ ਹੈ, ਕਿਉਂਕਿ ਸਾਡੀ ਜਿਹੜੀ ਯੰਗ ਜਨਰੇਸ਼ਨ ਦਾ ਜਿਹੜਾ ਟਾਈਮਿੰਗ ਹੈ ਉਹ ਯੰਗ ਕਹਿ ਲਈਏ ਜਾਂ ਅਧੇੜ ਦੀ ਕਹਿ ਲਈਏ, ਮੋਬਾਈਲ 'ਤੇ ਹਰ ਵਿਅਕਤੀ ਜੁੜਿਆ ਹੋਇਆ, ਜਿਸ ਨਾਲ ਅੱਖਾਂ 'ਤੇ ਬਹੁਤ ਪ੍ਰਭਾਵ ਪੈ ਰਿਹਾ, ਅਸਰ ਪੈ ਰਿਹਾ ਅਤੇ ਕਈ ਐਸੀ ਬਿਮਾਰੀਆਂ ਸ਼ੁਰੂ ਹੋ ਰਹੀਆਂ ਜਿਹਦਾ ਇਲਾਜ ਅਗਰ ਸੋਚੇ ਇਨਸਾਨ ਤਾਂ ਉਹ ਕਈ ਵਾਰ ਕਿਸੇ ਨੂੰ ਤਕਲੀਫਾਂ ਵੀ ਹੋ ਸਕਦੀਆਂ ਨੇ। ਇਹਦੇ ਬਾਬਤ ਪੂਰੀ ਜਾਣਕਾਰੀ ਹਾਸਲ ਕਰਾਂਗੇ। ਸਾਡੇ ਨਾਲ ਡਾਕਟਰ ਸ਼ੀਤਲ ਬਰਾੜ ਮੌਜੂਦ ਨੇ। ਬਹੁਤ ਸਵਾਗਤ ਹੈ ਤੁਹਾਡਾ ਪਹਿਲਾਂ ਤਾਂ ਜੀ। ਥੈਂਕ ਯੂ ਜੀ। ਤੇ ਮੈਨੂੰ ਦੱਸੋ ਕਿ ਜਿਹੜੀ ਡਰਾਈ ਆਈਜ਼ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਕੀ ਹੁੰਦੀ ਹੈ ਤੇ ਕਿਹੜੀ ਉਮਰ ਦੇ ਬੱਚਿਆਂ ਦੇ ਵਿੱਚ ਜਾਂ ਅਧੇੜ ਅਵਸਥਾ ਦੇ ਵਿੱਚ ਜਾਂ ਯੰਗ ਜਨਰੇਸ਼ਨ ਦੀ ਕਿਹਦੇ ਵਿੱਚ ਆ ਰਹੀ ਹੈ? देखिए, जो ड्राई आई की समस्या है ये ज़्यादातर यंग अडल्ट्स मतलब 18 19 20 साल तो उपर वाले एज के पेशेंट्स प्लस मिडल एज एंड फिर जिवें जिवें एज बढ़ती है फिर बीमारी भी बढ़ती जाती है। एक तो इसका सब तो इंपॉर्टेंट कारण है अपने लाइफ स्टाइल का चेंज होना, वर्क पैटर्नस, पुअर डाइट जो इतनी ज़्यादा पौष्टिक नहीं है, फास्ट फूड ज़्यादा खाना, फिर स्लीप पैटर्नस का डिस्टर्ब होना एंड डिजिटल स्क्रीनस का बहुत ज़्यादा एक्सैसिव यूज़ होना, क्योंकि हुण स्क्रीनस नाल की हुंदा है कि मोस्ट ऑफ द टाइम्स आपां एसी दे अंदर हुंने आ, है ना, एंड स्क्रीनस दी जो बैकलाइट आंदी है ਉਹਦੇ ਨਾਲ भी जो ਅੱਖਾਂ ਦੇ ਉੱਤੇ जो रोशनी ਪੈਂਦੀ है ਉਹਦੇ ਨਾਲ भी ਉਹਦੇ ਨਾਲ ड्राइनेस ਵੱਧਦੀ है, प्लस हर समय एसी ਦੇ ਅੰਦਰ ਰਹਿਣ ਕਰਕੇ भी अपनी ਅੱਖਾਂ ਦਾ जो आंसू है वो उड़ਦੇ ਨੇ। ठीक है। सो मेन जो ये पिछे प्रॉब्लम होंगी है कि क्यों होंगी है ड्राई आई इन द फस्ट प्लेस, वो होंगी है कि अपने ऑयल के ग्लैंड्स होंगे है अखां दे अंदर, जिहड़ियां अपनी पलकां हैगियां उपरली ते थल्लड़ी पलक, ये पलकां दे अंदर इत्थे थल्ले निक्के 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 ग्लैंड होंदे हैगे जिन्हां चों ऑयल यानी कि तेल आंदा है। ठीक है। वो अपनी अखां दा नैचुरल ऑयल होंदा है जो अपनी आइज प्रोड्यूस करदियां ने। ठीक है। बट ਇਹਦੇ जो ड्राई आई ਦੇ ਅੰਦਰ ਕੀ ਹੁੰਦਾ ਹੈ ਕਿ ਜੋ ਇਹਨਾਂ ਗਲੈਂਡਸ ਦੀਆਂ ਓਪਨਿੰਗ ਹੈਗੀਆਂ ਜਿੱਧਰੋਂ ਦੀ ਆਇਲ ਨੇ ਨਿਕਲਣਾ ਬਾਹਰ, ਉਹ ਓਪਨਿੰਗਸ ਬਲੌਕ ਹੋ ਜਾਂਦੀਆਂ। अच्छा, ज़्यादा थोड़ी स्क्रीन टाइमिंग या एसी ਦੇ ਵਿੱਚ ਰਹਿਣਾ, ਇਨਫੈਕਸ਼ਨ ਨਾਲ ਜਾਂ ਫਿਰ ਇਨਫਲੇਮੇਸ਼ਨ ਨਾਲ, ਸੋਜਿਸ਼ ਆਉਣ ਦੇ ਨਾਲ। ਉਹ ਸੋਜ ਐਕਚੁਅਲੀ ਮਾਈਕਰੋਸਕੋਪਿਕ ਹੁੰਦੀ ਹੈ, ਉਹ ਬਾਹਰੋਂ ਨਹੀਂ ਦਿਖਦੀ। ਠੀਕ ਹੈ। ਬਟ ਉਹ ਅੰਦਰੋਂ ਉਹ ਬਾਰ-ਬਾਰ ਹੋ ਕੇ ਉਹ ਪਰਮਾਨੈਂਟ ਹੋ ਜਾਂਦੀ ਹੈ ਤੇ ਫਿਰ ਆਪਣੇ ਜੋ ਆਇਲ ਗਲੈਂਡਸ ਨੂੰ क्लोज कर देती है, जिहदे करके अंदरों दी नैचुरल ऑयल जिहड़ा बन रहा है वो बाहर नहीं निकलदा। हुण जदों ऑयल नहीं रहिंदा अपनी आइज दे अंदर ਤਾਂ ਤੁਸੀਂ ਸਮਝ ਸਕਦੇ ਹੋ ਕਿ ਜੇ ਦਰਵਾਜ਼ੇ 'ਚੋਂ ਆਵਾਜ਼ ਆ ਰਹੀ ਹੈ ਤਾਂ ਆਪਾਂ ਥੋੜਾ ਜਿਹਾ ਆਇਲ ਪਾ ਦਈਏ ਤਾਂ ਉਹਦੀ ਆਵਾਜ਼ ਰੁਕ ਜਾਂਦੀ ਹੈ, ਯਾਨੀ ਕਿ ਆਇਲ ਫ੍ਰਿਕਸ਼ਨ ਘਟਾਉਣ ਦਾ ਕੰਮ ਕਰਦਾ ਹੈ। ਉਸੇ ਤਰੀਕੇ ਨਾਲ ਅੱਖ ਦੇ ਅੰਦਰ ਜਦੋਂ ਆਇਲ ਨਹੀਂ ਹੁੰਦਾ ਤਾਂ ਅੱਖ 'ਚ ਫ੍ਰਿਕਸ਼ਨ ਜ਼ਿਆਦਾ ਹੁੰਦੀ ਹੈ, ਯਾਨੀ ਕਿ ਆਪਾਂ ਜਦੋਂ ਪਲਕਾਂ ਝਪਕਾਵਾਂਗੇ ਤਾਂ ਆਪਾਂ ਨੂੰ ਮਹਿਸੂਸ ਹੋਊਗਾ ਕਿ ਜਿਸ ਤਰ੍ਹਾਂ ਕਿ ਕੁਝ ਰੜਕ ਰਿਹਾ ਹੈ। ਤਾਂ ਸਭ ਤੋਂ ਜ਼ਿਆਦਾ ਕਾਮਨ ਸਿੰਪਟਮ ਡਰਾਈ ਆਈ ਦਾ ਹੁੰਦਾ ਹੈ ਅੱਖਾਂ 'ਚ ਰੜਕਦੀ ਮਹਿਸੂਸ ਹੋਣਾ, ਫਿਰ हर वेले अनईजीनेस रहना, डिस्कम्फर्ट होना, ठीक है, एंड इचिंग, खारिश, लाली आना, तो कई बार विजन का भी ब्लर हो जाना कि आपां नूं देखण च भी उन्ना साफ नहीं दिखता। सो ये सारे ड्राई आई के सिम्पटम्स है जो अनफॉर्चुनेटली ऑलमोस्ट 40 to 50% ऑफ द अडल्ट पॉपुलेशन इज सफरिंग फ्रॉम दीज। ओके डॉक्टर साहब, जिवें तुसीं कहा कि कई बार आपां देखदे कि लोग अखां दे विच थोड़ा गाउं दा घिओ ला दिंदे, ਉਹ ਇਹਦਾ हल है? बिल्कुल नहीं, मैं बिल्कुल भी रिकमेंड नहीं करूँगी कि तुसी कोई भी देसी नुस्खा अपनाओ अपनी अखां वास्ते। अखां बहुत प्रेशस ने एंड तुसी कुछ भी खिलवाड़ नहीं कर सकते। यू हैव टू मीट अ डॉक्टर। कोई भी प्रॉब्लम है तो प्लीज़ क्वालिफाइड डॉक्टर को लाओ एंड असीं तुहाडी प्रॉब्लम डायग्नोज करांगे। सो इसेंशली देखो, तुसी कह रहे हो कि घिओ पा लैंदे है तो उन्हां नूं थोड़ा आराम मिल जाता है। हुण ओह घिओ की चीज़ है? ऑयली है ना, एक तरीके दा फैट ही है ना। ਹੁਣ ਜਦੋਂ ਨੈਚੁਰਲ ਆਇਲ ਤੁਹਾਡੀ ਆਈ 'ਚ ਨਹੀਂ ਬਣ ਰਿਹਾ ਤੇ ਤੁਸੀਂ ਬਾਹਰੋਂ ਦੀ ਆਇਲ ਜਾਂ ਘਿਓ ਪਾ ਲੈਂਦੇ ਹੋ, ਤੁਹਾਨੂੰ ਥੋੜ੍ਹਾ ਜਿਹਾ ਰਿਲੀਫ ਮਿਲ ਜਾਂਦਾ ਹੈ। ਸੋ ਹੁਣ ਬਾਹਰੋਂ ਤੁਸੀਂ ਘਿਓ ਵਗੈਰਾ ਪਾਓਗੇ ਉਸ 'ਚ ਇਨਫੈਕਸ਼ਨ ਹੋ ਸਕਦੀ ਹੈ, ਰਾਈਟ? ਯੂ ਕੈਨ ਨਾਟ ਟੇਕ ਦੈਟ ਰਿਸਕ। ਬਟ ਕਿਉਂ ਨਾ ਆਪਾਂ ਕੁਝ ਇਸ ਤਰ੍ਹਾਂ ਦਾ ਕਰੀਏ ਜਿਹਦੇ ਨਾਲ ਕਿ ਤੁਹਾਡੀ ਆਪਣੀ ਹੀ ਅੱਖ ਦਾ ਜੋ ਨੈਚੁਰਲ ਆਇਲ ਜੋ ਪ੍ਰੋਡਿਊਸ ਹੋ ਰਿਹਾ ਹੈ, ਯਾਨੀ ਕਿ ਘਿਓ ਪ੍ਰੋਡਿਊਸ ਹੋ ਰਿਹਾ ਹੈ, ਉਹ ਬਾਹਰ ਆਉਣਾ ਸ਼ੁਰੂ ਹੋ ਜਾਏ ਤੇ ਤੁਹਾਡੀ ਆਈਜ਼ ਨੂੰ ਕੰਫਰਟੇਬਲ ਕਰ ਦੇ। ਇਸੇ ਲਈ ਸਾਡੇ ਕੋਲ ਜੋ ਹੁਣੇ ਨਵੀਂ ਟੈਕਨੋਲੋਜੀ ਆਈ ਹੈ, ਇਟ ਇਜ਼ ਅ ਬ੍ਰੇਕ ਥਰੂ ਇਨ ਡਰਾਈ ਆਈ ਟ੍ਰੀਟਮੈਂਟ। ਇਹਦਾ ਨਾਮ ਹੈ ਐਨਵਿਜ਼ਨ। ਠੀਕ ਹੈ। ਇੱਕ ਬਹੁਤ ਹੀ ਰੈਪੂਟਡ ਕੰਪਨੀ ਇਨਮੋਡ ਦੀ ਤਰਫ ਤੋਂ ਇੱਕ ਨਵੀਂ ਟੈਕਨੋਲੋਜੀ ਹੈ, ਲਾਂਚ ਕੀਤੀ ਗਈ ਹੈ ਅੱਖਾਂ ਦੇ ਕੇਅਰ ਵਾਸਤੇ। ਸੋ ਇਹਨਾਂ ਦਾ ਐਸਥੈਟਿਕਸ ਦੇ ਅੰਦਰ ਬਹੁਤ ਵੱਡਾ ਨਾਮ ਆਲਰੇਡੀ ਹੈ, 500 ਤੋਂ ਜ਼ਿਆਦਾ ਇੰਸਟਾਲੇਸ਼ਨਸ ਹੈਗੀਆਂ ਫੇਸ ਦੇ ਟ੍ਰੀਟਮੈਂਟਸ ਕਰਨ ਲਈ। ਬਟ ਆਈ ਦੇ ਫੀਲਡ ਦੇ ਅੰਦਰ ਇਹ ਪਹਿਲੀ ਵਾਰ ਆਏ ਹੈ ਤੇ ਇਹਨਾਂ ਦਾ ਬਹੁਤ ਹੀ ਰੈਵੋਲੂਸ਼ਨਰੀ ਟ੍ਰੀਟਮੈਂਟ ਹੈਗਾ ਡਰਾਈ ਆਈ ਦਾ।
ਸੋ ਇਹਦੇ ਅੰਦਰ ਆਪਣੇ ਕੋਲ ਦੋ ਮੋਡ ਹੁੰਦੇ ਆ, ਇੱਕ ਤਾਂ IPL ਮੋਡ, ਇੱਕ ਹੁੰਦਾ ਹੈ ਫਾਰਮਾ ਮੋਡ। IPL ਇੱਕ ਤਰ੍ਹਾਂ ਦੀ ਸਪੈਸ਼ਲ ਰੇਡੀਏਸ਼ਨ ਹੈ ਜੋ ਆਪਾਂ ਆਈਜ਼ ਦੇ ਅਰਾਊਂਡ ਡਿਲੀਵਰ ਕਰਦੇ ਹਾਂ। ਉਸ ਰੇਡੀਏਸ਼ਨ ਦੇ ਨਾਲ ਤੁਹਾਡੀ ਅੱਖਾਂ ਦੇ ਆਲੇ ਦੁਆਲੇ ਜੋ ਸੋਜ ਹੈ ਉਹ ਘਟਦੀ ਹੈ, ਇਨਫਲੇਮੇਸ਼ਨ ਨੂੰ ਘਟਾਉਂਦਾ ਹੈ ਤੇ ਅੱਖਾਂ ਦੇ ਜੋ ਗਲੈਂਡਸ ਹੈਗੇ ਆ ਉਹ ਓਪਨ ਹੁੰਦੇ ਹੈ। ਤੇ ਫਾਰਮਾ ਜਦੋਂ ਆਪਾਂ ਕੰਬਾਈਨ ਕਰਦੇ ਹਾਂ ਉਹ ਇੱਕ ਤਰ੍ਹਾਂ ਦੀ ਗਰਮ ਮਸਾਜ ਹੈ, ਹੀਟ ਮਸਾਜ। ਉਹ 6 ਤੋਂ 7 ਮਿੰਟ ਆਪਾਂ ਪਰ ਆਈ ਦਿੰਦੇ ਆ ਤੇ ਉਹਦੇ ਨਾਲ ਕਿ ਤੁਹਾਡਾ ਜੋ ਰੁਕਿਆ ਹੋਇਆ ਆਇਲ ਹੈ ਜੋ ਜੰਮ ਚੁੱਕਿਆ ਹੈ ਕਈ ਸਾਲਾਂ ਤੋਂ ਉਹ ਪਿੰਗਲਦਾ ਹੈ, ਬਿਕੋਜ਼ ਆਪਾਂ ਹੀਟ ਦਿੰਦੇ ਆ ਤਾਂ ਉਹ ਮੈਲਟ ਹੁੰਦਾ ਹੈ। ਮੈਲਟਿੰਗ ਦੇ ਨਾਲ ਫਿਰ ਉਹ ਜਿਹੜੇ ਗਲੈਂਡਸ ਖੋਲ੍ਹਤੇ ਆਪਾਂ IPL ਦੇ ਨਾਲ ਉਹਦੇ ਥਰੂ ਈਜ਼ੀਲੀ ਬਾਹਰ ਆਉਂਦਾ ਹੈ। ਸੋ ਇਟਸ ਅ ਕੰਬੀਨੇਸ਼ਨ IPL ਪਲੱਸ ਫਾਰਮਾ, ਇਹ ਦੋਨੋਂ ਜਦੋਂ ਆਪਾਂ ਇੱਕੋ ਸਿਟਿੰਗ ਦੇ ਅੰਦਰ ਦਿੰਦੇ ਹਾਂ ਤਾਂ ਪੇਸ਼ੈਂਟ ਨੂੰ ਕਾਫੀ ਹੱਦ ਤੱਕ ਰਿਲੀਫ ਮਿਲਦਾ ਹੈ ਫਰੋਮ ਦ ਵੈਰੀ ਫਸਟ ਸਿਟਿੰਗ ਇਟਸੈਲਫ। ਡਾਕਟਰ ਸਾਹਿਬ ਇਹਦੇ ਨਾਲ ਆਪਾਂ ਇੱਕ ਵਾਰ ਦਾ ਤਾਂ ਹੱਲ ਨਹੀਂ ਹੈਗਾ ਇਹ ਤੁਹਾਡੇ ਲਈ ਗੱਲ ਡਰਾਈ ਤਾਂ ਫਿਰ ਉਹਨੇ ਫਿਰ ਏਸੀ ਚਲੇ ਜਾਣਾ, ਫਿਰ ਡਾਈਟ ਤਾਂ ਉਹਦੀ ਅੱਜ ਕੱਲ੍ਹ ਸਭ ਦੀ ਡਾਈਟ ਐਸੀ ਹੋ ਗਈ ਹੈ, ਤੁਸੀਂ ਕਿੰਨਾ ਹੀ ਕਹਿ ਲਓ ਵਾਲਾ ਇੱਕ ਦਿਨ ਕਰ ਲਓ 2 ਦਿਨ ਕਰ ਲਓ ਲਗਾਤਾਰ ਨਹੀਂ ਕਰਦਾ, ਉਹਦੀ ਡਾਈਟ ਵੀ ਉਹ ਜਿਹੀ ਹੋ ਜਾਣੀ ਹੈ, ਤਾਂ ਰਹਿਣਾ ਸਹਿਣਾ ਵੀ ਏਸੀ ਵਾਲਾ, ਫਿਰ ਤੈਨੂੰ ਬਾਰ-ਬਾਰ ਲੈਣਾ ਪਊਗਾ ਮਸ਼ੀਨ ਰਾਹੀਂ। ਦੇਖੋ ਇਸ ਤਰ੍ਹਾਂ ਹੈ ਕਿ ਲਾਈਫਸਟਾਈਲ ਚੇਂਜਸ ਤਾਂ ਥੋੜੇ ਬਹੁਤ ਤੁਹਾਨੂੰ ਕਰਨੇ ਹੀ ਪੈਣੇ ਹੈ। ਯੂ ਹੈਵ ਟੂ ਇੰਪਰੂਵ ਯੋਰ ਡਾਈਟ, ਯੂ ਹੈਵ ਟੂ ਇੰਪਰੂਵ ਯੋਰ ਸਲੀਪ, you have to reduce your screen time, ਠੀਕ ਹੈ ਨਾ। ਹੁਣ ਇਹ ਕੋਈ ਇਸ ਤਰ੍ਹਾਂ ਜਾਦੂ ਨਹੀਂ ਹੈ ਕਿ ਵੀ ਇੱਕਦਮ ਹੀ ਇੱਕ ਸਿਟਿੰਗ ਕੀਤੀ ਤੇ ਸਾਰਾ ਕੁਝ ਇੰਨੇ ਸਾਲ ਦੀ ਬਿਮਾਰੀ ਹੈ ਉਹ ਇੱਕੋ ਵਾਰ ਠੀਕ ਹੋ ਗਈ। ਬਟ ਵੀ ਡੂ ਕਲੇਮ ਕਿ ਜਦੋਂ ਆਪਾਂ 3 ਤੋਂ 4 ਸੈਸ਼ਨ ਲੈਂਦੇ ਆ ਇਸ ਥੈਰੇਪੀ ਦੇ, ਜਿਨ੍ਹਾਂ ਦੇ ਵਿੱਚ ਇੰਟਰਵਲ 2 to 4 ਵੀਕਸ ਤੱਕ ਹੋ ਸਕਦਾ ਹੈ, 2 ਤੋਂ 4 ਹਫ਼ਤੇ ਦੇ ਅੰਦਰ ਅੰਦਰ, ਤਾਂ ਇਹਦੇ 4 ਸੈਸ਼ਨ ਲੈਣ ਨਾਲ ਤੁਹਾਡੇ ਜੋ ਰੁਕੇ ਹੋਏ ਗਲੈਂਡਸ ਹੈਗੇ ਹੈ, ਅੰਦਰ ਜੰਮਿਆ ਹੋਇਆ ਆਇਲ ਹੈਗਾ ਹੈ ਜਿਹੜਾ ਬਾਹਰ ਨਹੀਂ ਨਿਕਲ ਰਿਹਾ ਸੀ, ਉਹ ਪੂਰਾ ਕਲੀਅਰ ਹੋ ਜਾਂਦਾ ਹੈਗਾ, ਬਾਹਰ ਆਉਣਾ ਸਟਾਰਟ ਹੋ ਜਾਂਦਾ ਹੈ। Sorry, I'm interrupting you. Is it therapy or is it treatment? It's you can call it whatever. Treatment therapy ਕੋਈ ਚੀਜ਼ ਆਪਾਂ ਕਰਨੇ ਆ, ਠੀਕ ਹੈ ਨਾ। ਸੋ ਥੈਰੇਪੀ ਨਹੀਂ, ਇਹਦਾ ਕੋਈ ਸਾਈਡ ਇਫੈਕਟ ਨਹੀਂ, ਐਬਸੋਲੂਟਲੀ ਨਾਟ। ਬਲਕਿ ਇਹਦੇ ਗੁੱਡ ਸਾਈਡ ਇਫੈਕਟ ਇਹ ਹੈ ਕਿ ਫਾਰਮਾ ਦੇ ਨਾਲ ਤੁਹਾਡੀ ਅੱਖਾਂ ਦੇ ਆਲੇ ਦੁਆਲੇ ਦਾ ਕੋਲੇਜਨ ਵੀ ਬਿਲਡ ਹੁੰਦਾ ਹੈ, ਇਹ ਇਨਹੈਂਸ ਹੁੰਦਾ ਹੈ, ਜਿਹਦੇ ਨਾਲ ਤੁਹਾਡੀ ਅਰਲੀ ਸਾਈਨਸ ਆਫ ਏਜਿੰਗ ਜਿਹਨੂੰ ਆਪਾਂ ਕਹਿੰਦੇ ਆ ਕਿ ਅਰਲੀ ਫਾਈਨ ਲਾਈਨਸ, ਰਿੰਕਲਸ, ਸਕਿਨ ਦਾ ਢਿੱਲਾ ਹੋਣਾ, ਬੈਗਸ ਬਣਨੇ ਜੋ ਉਮਰ ਦੇ ਨਾਲ ਯੂਜਲੀ 35-40 ਦੇ ਬਾਅਦ ਵੱਧਦੇ ਹੈਗੇ ਆ, ਉਹ ਵੀ ਬਹੁਤ ਹੱਦ ਤੱਕ ਇੰਪਰੂਵ ਹੁੰਦੇ ਆ। ਸੋ ਇਟ ਗਿਵਸ ਯੂ ਅ ਯੂਥਫੁਲ ਲੁੱਕ ਆਲਸੋ। ਸੋ ਡਰਾਈ ਆਈ ਦੇ ਵਾਸਤੇ ਜਿਵੇਂ ਤੁਸੀਂ ਪਹਿਲਾਂ ਪੁੱਛ ਰਹੇ ਸੀ ਮੈਨੂੰ, ਵੀ ਡੂ ਨੀਡ ਲਾਈਕ 3 to 4 ਸੈਸ਼ਨਸ। 3 to 4 ਸੈਸ਼ਨਸ ਦੇ ਬਾਅਦ ਉਹਨਾਂ ਨੂੰ ਕੰਪਲੀਟ ਰਿਲੀਫ ਮਿਲਦਾ ਹੈ। ਹੁਣ ਉਹਨਾਂ ਨੂੰ ਆਪਾਂ ਨੂੰ ਮੇਨਟੇਨ ਵੀ ਰੱਖਣਾ ਹੈ ਇਫੈਕਟਸ ਨੂੰ, ਰਾਈਟ, ਕਿਉਂਕਿ ਕੋਈ ਵੀ ਚੀਜ਼ ਇਸ ਤਰ੍ਹਾਂ ਨਹੀਂ ਹੈ ਕਿ ਜੋ ਪਰਮਾਨੈਂਟ ਹੈ, ਆਪਾਂ ਨੂੰ ਅੱਛਾ ਰਿਜ਼ਲਟ ਮਿਲ ਰਿਹਾ ਉਹਨੂੰ ਆਪਾਂ ਮੇਨਟੇਨ ਵੀ ਰੱਖਣਾ ਹੈ। ਸੋ ਆਪਾਂ ਜੋ ਐਡਵਾਈਸ ਕਰਦੇ ਹਾਂ ਉਹ ਹੈਗਾ 1 ਮੇਨਟੇਨੈਂਸ ਸੈਸ਼ਨ 6 to 8 ਮੰਥਸ ਦੇ ਬਾਅਦ। ਅੱਛਾ, ਇੱਦਾਂ ਜਿਵੇਂ ਤੁਹਾਨੂੰ ਪਹਿਲਾਂ ਮੈਂ ਸਵਾਲ ਪੁੱਛਿਆ ਸੀ ਦੇਸੀ ਘਿਓ ਵਾਲਾ, ਕੁਝ ਲੋਕ ਅੱਖਾਂ ਦੇ ਵਿੱਚ ਗੁਲਾਬ ਜਲ ਵੀ ਪਾਉਂਦੇ ਆ, ਉਹਦਾ ਕੀ ਕੋਈ ਹੈ ਲਾਭ ਹੋ ਜਾਂ ਵੈਸੇ ਠੰਡੀਆਂ ਹੋ ਜਾਂਦੀਆਂ ਜਾਂ ਤੁਹਾਡੇ ਲਈ ਪੋਰ ਖੁੱਲਦੇ ਨੇ ਉਹਦੇ ਨਾਲ? ਨਹੀਂ, ਗੁਲਾਬ ਜਲ ਜੋ ਲੋਕ ਪਾਉਂਦੇ ਹੈਗੇ ਵੈਸੇ ਮੈਂ ਉਹ ਵੀ ਰეკਮੈਂਡ ਨਹੀਂ ਕਰਦੀ ਹਾਂ ਕਿ ਕੋਈ ਵੀ ਚੀਜ਼ ਤੁਹਾਡੇ ਘਰ ਦੇ ਅੰਦਰ ਪਈ ਹੈ ਇੱਧਰ ਉੱਧਰ ਕੋਈ ਪਲੀਜ਼ ਨਾ ਪਾਓ ਅੱਖਾਂ ਦੇ ਅੰਦਰ, ਬਿਕੋਜ਼ ਯੂ ਡੋਂਟ ਨੋ ਕਿ ਉਹ ਇਨਫੈਕਟਡ ਹੈ, ਕੋਈ ਉਸ 'ਚ ਕੀਟਾਣੂ ਪਹਿਲਾਂ ਪਏ ਹੋਏ ਆ, ਉਹ ਅੱਖਾਂ ਦੇ ਅੰਦਰ ਜਰਮਸ ਜਾ ਕੇ ਬਹੁਤ ਪ੍ਰੋਬਲਮ ਕ੍ਰੀਏਟ ਕਰ ਸਕਦੇ ਆ, ਠੀਕ ਹੈ ਨਾ। ਸੋ ਇਹ ਪਾਣਾ ਤਾਂ ਨਹੀਂ ਚਾਹੀਦਾ। ਬਟ ਗੁਲਾਬ ਜਲ ਤੁਹਾਨੂੰ ਡਰਾਈ ਆਈ ਦੇ ਅੰਦਰ ਹੈਲਪ ਨਹੀਂ ਕਰੇਗਾ। ਗੁਲਾਬ ਜਲ ਐਲਰਜੀਜ਼ ਜਿਸ ਤਰ੍ਹਾਂ ਹੁੰਦੀਆਂ ਹੈ, ਐਲਰਜੀ ਦੇ ਅੰਦਰ ਬਹੁਤ ਜ਼ਿਆਦਾ ਹੀਟ ਪ੍ਰੋਡਿਊਸ ਹੁੰਦੀ ਹੈ ਆਈ ਦੇ ਅੰਦਰ, ਗਰਮ ਹੋ ਜਾਂਦੀ ਅੱਖਾਂ, ਤਾਂ ਥੋੜਾ ਠੰਡਕ ਦੇ ਸਕਦਾ ਹੈਗਾ। ਬਟ ਅਗੇਨ ਇਹ ਐਲਰਜੀਜ਼ ਵੀ ਕਿਤੇ ਨਾ ਕਿਤੇ ਡਰਾਈ ਆਈ ਨਾਲ ਐਸੋਸੀਏਟਿਡ ਹੁੰਦੀਆਂ। ਸੋ ਜਦੋਂ ਆਪਾਂ ਗਲੈਂਡਸ ਦੀ ਪ੍ਰੋਬਲਮ ਨੂੰ ਟ੍ਰੀਟ ਕਰਦੇ ਹਾਂ, ਜਿਹੜੇ ਰੁਕੇ ਹੋਏ ਗਲੈਂਡਸ ਹੈ, ਆਪਰੋਂ ਨੈਚੁਰਲ ਆਇਲ ਟ੍ਰੀਟਮੈਂਟ ਦੇ ਬਾਅਦ ਜਦੋਂ ਦੁਬਾਰਾ ਆਉਂਦਾ ਹੈ, ਤਾਂ ਤੁਸੀਂ ਇਹ ਦੇਖੋਗੇ ਕਿ ਇਨ ਜਨਰਲ ਤੁਹਾਨੂੰ ਐਲਰਜੀਜ਼ ਤੋਂ ਰਿਲੀਫ ਮਿਲਦਾ ਹੈ, ਡਰਾਈ ਆਈ ਤੋਂ ਰਿਲੀਫ ਮਿਲਦਾ ਹੈ, ਓਵਰਆਲ ਤੁਹਾਡੀਆਂ ਆਈਜ਼ ਕੰਫਰਟੇਬਲ ਹੁੰਦੀਆਂ ਹੈ, ਤੁਹਾਨੂੰ ਦੇਖਣ ਲਈ ਐਫਰਟ ਨਹੀਂ ਕਰਨਾ ਪੈਂਦਾ ਹੈ, ਐਂਡ ਓਵਰਆਲ ਤੁਹਾਡੀ ਕੁਆਲਿਟੀ ਆਫ ਲਾਈਫ ਇੰਪਰੂਵ ਹੁੰਦੀ ਹੈ ਇਹਦੇ ਨਾਲ। ਓਕੇ, ਸੋ ਮੇਰਾ ਆਖਰੀ ਸਵਾਲ ਹੈ ਕਿ ਜਿਹੜਾ ਡਰਾਈ ਆਈਜ਼ ਦਾ ਮਤਲਬ ਇੱਕ ਦਿੱਕਤ ਹੈ, ਸਮੱਸਿਆ ਕਿੰਨੀ ਏਜ ਤੋਂ ਬਾਅਦ ਸ਼ੁਰੂ ਹੋ ਜਾਂਦੀ? ਕਿਉਂਕਿ ਬੱਚਾ ਅੱਜ ਤਾਂ ਜੰਮਦਾ ਬੱਚਾ ਮਾਂ ਖਿਡਾਉਣ ਦੇ ਨਾਲ ਨੇ ਫੋਨ ਫੜਾ ਦਿੰਦੀ ਕਿ ਬੇਟਾ ਖੇਡ ਲੈ, ਮੈਨੂੰ ਤੰਗ ਨਾ ਕਰੀ, ਕੀ ਉਹ ਬੱਚਿਆਂ ਦੇ ਵਿੱਚ ਸਮੱਸਿਆ ਪੈਦਾ ਹੋ ਸਕਦੀ ਹੈ ਕਿ ਏਜ ਤੋਂ ਬਾਅਦ ਹੀ ਇਹ ਦਿੱਕਤ ਆਉਣੀ ਸ਼ੁਰੂ ਹੋ ਗਈ? ਦੇਖੋ ਨੈਚੁਰਲੀ ਆਪਣੇ ਗਲੈਂਡਸ ਹੈ, ਜਿਵੇਂ ਆਪਣੀ ਏਜ ਵੱਧਦੀ ਹੈ ਪਲੱਸ ਜਿਵੇਂ ਲਾਈਫਸਟਾਈਲ ਚੇਂਜਸ ਆਪਣੇ ਇੰਪੈਕਟ ਕਰਦੇ ਹੈ, ਉਹ ਯੂਜਲੀ ਥੋੜੇ ਅਰਲੀ ਅਡਲਟਹੁੱਡ ਤੋਂ ਸਟਾਰਟ ਹੋਣਗੇ, ਰਾਈਟ। ਬਿਲਕੁਲ ਛੋਟਾ ਬੱਚਾ ਹੈ, ਕੋਈ ਬੇਬੀ ਹੈ, ਤੁਸੀਂ ਉਹਨੂੰ ਫੋਨ ਪਕੜਾ ਦੋਗੇ, ਹੁਣ ਉਹ ਕੋਈ ਬਿਕੋਜ਼ ਇੰਨੀ ਛੋਟੀ ਏਜ ਦੇ ਅੰਦਰ ਕੋਈ ਗਲੈਂਡਸ ਇੰਨੇ ਖਰਾਬ ਨਹੀਂ ਹੁੰਦੇ। ਗਲੈਂਡਸ ਆਰ ਵੈਰੀ ਹੈਲਦੀ ਵੈਨ ਬੇਬੀਜ਼ ਆਰ ਬੋਰਨ, ਠੀਕ ਹੈ। ਇਹਦੇ ਨਾਲ ਪੁੱਛਣ ਦਾ ਮਤਲਬ ਇਹ ਸੀਗਾ ਕਿ ਬੱਚੇ ਨੂੰ ਚਲੋ ਫੋਨ ਫੜਾਉਣਾ ਹੀ ਆ, ਅੱਜ ਕੱਲ੍ਹ ਛੋਟੇ ਬੱਚੇ ਆ ਉਹਦੀ ਕਲਾਸਿਸ ਆਨਲਾਈਨ ਲੱਗਣ ਲੱਗ ਗਈਆਂ, ਉਹਨੂੰ ਸਾਰਾ ਮੋਬਾਈਲ ਤੇ ਦੇਖਣਾ ਪੈਂਦਾ, ਕਿਉਂਕਿ ਛੋਟੇ ਬੱਚੇ ਦਾ ਕਿ ਜਿੰਨੀ ਉਮਰ ਵੱਧਦੀ ਜਾਂਦੀ ਹੈ ਫੋਨ ਤਾਂ ਹੁਣ ਹਰ ਕਿਸੇ ਲਈ ਮੈਂਡੇਟਰੀ ਹੋਏਗੀ। ਮੇਰੇ ਪੁੱਛਣ ਦਾ ਮਤਲਬ ਇਹ ਹੈ ਕਿ ਛੋਟੇ ਬੱਚਿਆਂ ਦੀਆਂ ਕਲਾਸਾਂ ਲੱਗਦੀਆਂ ਆਨਲਾਈਨ, ਕਿ ਉਹ ਲਗਾਉਣ ਜਾਂ ਉਹਨਾਂ ਨੂੰ ਵੀ ਫਿਰ ਇਹ ਚੀਜ਼ ਪ੍ਰੀਕਾਸ਼ਨ ਦਾ ਵਰਤਣੀਆਂ ਪੈਣਗੀਆਂ।
ਦੇਖੋ ਬੱਚਿਆਂ ਦੇ ਅੰਦਰ ਜੋ ਸਕਰੀਨ ਟਾਈਮ ਜਿਹੜਾ ਜ਼ਿਆਦਾ ਵੱਧ ਗਿਆ ਹੈ, ਉਹਦਾ ਜੋ ਡਾਇਰੈਕਟ ਇੰਪੈਕਟ ਪੈਂਦਾ ਹੈ ਉਹਨਾਂ ਦੀ ਅੱਖ ਦੇ ਨੰਬਰ ਤੇ, ਯਾਨੀ ਕਿ ਚਸ਼ਮਾ। ਠੀਕ ਹੈ, ਸੋ ਉਹ ਜ਼ਿਆਦਾ ਬੱਚੇ ਦਾ ਨੇੜੇ ਦਾ ਦੇਖਣਾ ਸਕਰੀਨਸ ਨੂੰ ਪਕੜ ਕੇ ਉਹ ਉਹਨਾਂ ਦੇ ਅੰਦਰ ਨੰਬਰ ਇੰਡਿਊਸ ਕਰ ਸਕਦਾ, ਜਿਹਨੂੰ ਆਪਾਂ ਮਾਇਓਪੀਆ ਕਹਿੰਦੇ ਆ। ਠੀਕ ਹੈ ਨਾ, ਬੱਚੇ ਕਲੋਜ਼ ਰੱਖਦੇ ਹੈਗੇ ਚੀਜ਼ਾਂ ਨੂੰ, ਸੋ ਉਹ ਮਾਇਓਪੀਆ ਦਾ ਰਿਸਕ ਜ਼ਿਆਦਾ ਹੁੰਦਾ ਹੈ ਬਜਾਏ ਡਰਾਈ ਆਈ। ਡਰਾਈ ਆਈ ਆਈ ਵੁੱਡ ਸੇ ਕਿ ਇਹ ਥੋੜੀ ਜੀ ਅਡਲਟਹੁੱਡ ਦੀ ਪ੍ਰੋਬਲਮ ਹੈਗੀ ਹੈ, ਕਿ ਜਦੋਂ ਆਪਾਂ ਮਤਲਬ ਬਿਕੋਜ਼ ਸਟ੍ਰੈਸ ਇੰਡਿਊਸਡ ਵੀ ਹੁੰਦੀ ਹੈ ਡਰਾਈ ਆਈ। ਠੀਕ ਹੈ ਨਾ, ਹੁਣ ਛੋਟੇ ਜਿਹੇ ਬੱਚੇ ਨੂੰ ਉਹਨਾਂ ਕੋਈ ਸਟ੍ਰੈਸ ਤਾਂ ਹੈ ਨਹੀਂਗਾ, ਹੈ ਨਾ, ਐਂਡ ਸਕਰੀਨ ਟਾਈਮ ਵੀ ਥੋੜਾ ਜਿਹਾ ਥੋੜੀ ਦੇਰ ਉਹਨੇ ਕਰ ਲਿਆ, ਉਹ ਉਹਨਾਂ ਤੇ ਤਾਂ ਡਰਾਈ ਆਈ ਨੂੰ ਇੰਪੈਕਟ ਨਹੀਂ ਕਰੂਗਾ। ਬਟ ਹਾਂ, ਜੋ ਪੂਰੇ ਟਾਈਮ ਸਕਰੀਨ ਨੂੰ ਕੋਲੇ ਰੱਖੇ ਬੈਠੇਗਾ ਤਾਂ ਮੋਰ ਦੈਨ ਡਰਾਈ ਆਈ ਐਕਚੁਅਲੀ ਉਹਨੇ ਨੰਬਰ ਇੰਡਿਊਸ ਕਰ ਸਕਦਾ ਹੈ, ਯਾਨੀ ਕਿ ਚਸ਼ਮਾ ਲੱਗਣ ਦੇ ਚਾਂਸ ਜ਼ਿਆਦਾ ਬਣ ਜਾਂਦੇ ਬੱਚੇ ਦੇ ਅੰਦਰ, ਉਹ ਰਿਸਕ ਹੋ ਜਾਂਦਾ ਹੈਗਾ। ਬਟ ਪਰ ਸੇ ਡਰਾਈ ਆਈ ਦੀ ਜੋ ਏਜ ਹੈ, ਮੈਂ ਕਹੂੰਗੀ 20-25 ਸਾਲ ਦੇ ਬਾਅਦ, ਜਿਵੇਂ ਥੋੜੇ ਜਿਹੇ ਆਪਾਂ 18 ਈਅਰਸ ਤੋਂ ਉੱਪਰ ਬਹੁਤ ਜ਼ਿਆਦਾ ਜਦੋਂ ਫੋਨ ਯੂਜ਼ ਕਰਦੇ ਹਾਂ, ਸਟ੍ਰੈਸ ਵੀ ਵੱਧ ਜਾਂਦਾ ਹੈ, ਕੈਰੀਅਰ ਬਣਾਉਣਾ ਹੈ ਨਾ, ਹਰ ਤਰ੍ਹਾਂ ਦੇ ਜੋ ਪਰੇਸ਼ਾਨੀਆਂ ਲਾਈਫ 'ਚ ਵੱਧ ਜਾਂਦੀਆਂ, ਸੋ ਉਹਦੇ ਨਾਲ ਫਿਰ ਇੰਪੈਕਟ ਹੁੰਦਾ ਹੈ, ਸਲੀਪ ਵੀ ਇੰਪੈਕਟ ਹੁੰਦੀ ਹੈਗੀ ਹੈ। ਸੋ ਫਿਰ ਕੀ ਹੁੰਦਾ ਹੈ ਕਿ ਜਿਵੇਂ ਜਿਵੇਂ ਏਜ ਵੱਧਦੀ ਹੈ, ਏਜ ਵਧਣ ਨਾਲ ਆਪਣੇ ਗਲੈਂਡਸ ਹੌਲੀ ਉਹਨਾਂ ਦਾ ਫੰਕਸ਼ਨ ਵੀ ਘੱਟ ਜਾਂਦਾ ਹੈ, ਤਾਂ 50-60 ਏਜ ਆਉਂਦੇ ਤੱਕ ਆਪਣੇ ਗਲੈਂਡਸ ਦਾ 50% ਫੰਕਸ਼ਨ ਜੋ ਹੈ ਉਹ ਰਿਡਿਊਸ ਹੋ ਜਾਂਦਾ ਹੈ, ਯਾਨੀ ਕਿ ਡਿਕਰੀਜ਼ ਹੋ ਜਾਂਦਾ ਹੈ, ਨੈਚੁਰਲੀ ਵੀ ਆਇਲ ਬਣਨਾ ਘੱਟ ਜਾਂਦਾ ਹੈਗਾ। ਤਾਂ ਇਸ ਲਈ ਜਿਵੇਂ ਜਿਵੇਂ ਏਜ ਵੱਧਦੀ ਹੈ ਤਾਂ ਡਰਾਈਨੈਸ ਦੀ ਪ੍ਰੋਬਲਮ ਹੋਰ ਸੀਵੀਅਰ ਹੁੰਦੀ ਜਾਂਦੀ ਹੈ। ਸੋ ਬਿਲਕੁਲ, ਬਹੁਤ ਧੰਨਵਾਦ ਗੱਲਬਾਤ ਕਰਨ ਲਈ। ਸੋ ਜਿਵੇਂ ਦੱਸਿਆ ਕਿ ਤੁਸੀਂ 4-5 ਵਾਰੀ ਅਗਰ ਇਹ ਟ੍ਰੀਟਮੈਂਟ ਲੈਂਦੇ ਹੋ ਲਗਾਤਾਰ, ਆਪਦੇ ਹਫਤੇ ਬਾਅਦ ਜਾਂ ਮਹੀਨੇ 'ਚ ਇੱਕ ਵਾਰੀ, ਉਸ ਤੋਂ ਬਾਅਦ ਤੁਹਾਡੀ ਅੱਖਾਂ ਦੇ ਜਿਹੜਾ ਆਇਲ ਹੈ ਉਹ ਕੁਦਰਤੀ ਬਣਨਾ ਸ਼ੁਰੂ ਹੋ ਜਾਏਗਾ, ਜਿਹੜਾ ਬੰਦ ਹੋ ਚੁੱਕਿਆ ਤੁਹਾਡੀ ਜੀਵਨ ਸ਼ੈਲੀ ਦੇ ਪ੍ਰਭਾਵਿਤ ਹੋਣ ਕਾਰਨ। ਕਿਉਂਕਿ ਸਾਡਾ ਸਾਰਾ ਦਿਨ ਏਸੀ ਦੇ ਵਿੱਚ ਰਹਿਣਾ, ਸਕਰੀਨ ਟਾਈਮ ਨੂੰ ਜ਼ਿਆਦਾ ਆਪਦੇ ਆਪ 'ਤੇ ਹਾਵੀ ਕਰਨਾ, ਉਹਨੇ ਸਾਡੀ ਅੱਖਾਂ 'ਤੇ ਪ੍ਰਭਾਵ ਪਾਇਆ, ਸਰੀਰ 'ਤੇ ਤਾਂ ਪਾਉਂਦਾ ਹੀ ਪਾਉਂਦਾ, ਅੱਖਾਂ 'ਤੇ ਪ੍ਰਭਾਵ ਪਾਇਆ, ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਨਿਗਾਹ ਜਾਣ ਦਾ ਚਾਂਸ ਬਣ ਸਕਦਾ ਹੈ, ਅੱਖਾਂ ਦੇ ਵਿੱਚ ਜਿਹੜੀ ਰੜਕ ਬਣਦੀ ਹੈ, ਉਹ ਸਾਰੇ ਕਾਰਨ ਇਹਦੇ ਨੇ ਹੈਗੇ। ਸੋ ਤੁਸੀਂ ਇਹਨੂੰ ਇਸਤੇਮਾਲ ਕਰਕੇ ਦੇਖ ਸਕਦੇ ਹੋ, ਵਾਪਸ ਆਪਣੀ ਅੱਖਾਂ ਦੇ ਵਿੱਚ ਜਿਹੜਾ ਕੁਦਰਤੀ ਤੌਰ 'ਤੇ ਜਿਹੜਾ ਇੱਕ ਆਇਲ ਬਣਦਾ ਉਹ ਆਉਣਾ ਸ਼ੁਰੂ ਹੋ ਜਾਏਗਾ। ਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇਹ ਟੈਕਨੋਲੋਜੀ ਜੋ ਮੈਂ ਤੁਹਾਨੂੰ ਦੱਸੀ ਹੈ, ਐਨਵਿਜ਼ਨ ਟੈਕਨੋਲੋਜੀ, ਇਹ ਕਰੰਟਲੀ ਪੂਰੇ ਇੰਡੀਆ 'ਚ ਸਿਰਫ ਪ੍ਰੋਸਾਈਟ ਆਈ ਹਸਪੀਟਲ ਚੰਡੀਗੜ੍ਹ 'ਚ ਅਵੇਲੇਬਲ ਹੈ। ਸੈਕਟਰ 43B ਦੇ ਅੰਦਰ ਸਾਡਾ ਹਸਪੀਟਲ ਹੈ। ਵੀ ਆਰ ਦ ਫਸਟ ਹਸਪੀਟਲ ਟੂ ਅਕਵਾਇਰ ਦਿਸ ਟੈਕਨੋਲੋਜੀ। ਸਾਡੇ ਕੋਲ ਹੋਰ ਵੀ ਟੈਕਨੋਲੋਜੀਜ਼ ਹੈ, ਜਿਸ ਤਰ੍ਹਾਂ ਸਮਾਈਲ ਪ੍ਰੋ, ਚਸ਼ਮਾ ਉਤਾਰਨ ਵਾਲੇ ਟੈਕਨੋਲੋਜੀਜ਼ ਹੈ, ਲੇਜ਼ਰ ਟੈਕਨੋਲੋਜੀਜ਼, ਲੇਸਿਕ, ਲੇਜ਼ਰ ਕੈਟਰੈਕਟ ਸਰਜਰੀ। ਸੋ ਇਟਸ ਅ ਵੈਰੀ ਐਡਵਾਂਸ ਸੈਂਟਰ ਜੋ ਸਾਡਾ 43B ਦੇ ਅੰਦਰ, ਇਹ ਬਹੁਤ ਹੀ ਮਾਡਰਨ ਐਂਡ ਐਸਥੈਟਿਕ ਸੈਂਟਰ ਹੈ, ਬਹੁਤ ਸੋਹਣਾ ਤੁਸੀਂ ਦੇਖਿਆ ਹੈ, ਇਟਸ ਅ ਨਾਈਸ सेंटर। सो आई रियली वांट कि मैक्सिमम पेशेंट्स या लोग जो इस इंटरव्यू ਨੂੰ देख रहे हैं, प्लीज़ मेक अ विजिट टू प्रोसाइट आई हॉस्पिटल। साड़ी फैसिलिटी देखो एंड सानू तुसी सेवा करने का मौका मिलो एंड मौका दो। एंड इन केस यू आर सफरिंग फ्रॉम ड्राई आईज या तुहानू कोई भी अखां तो रिलेटेड परेशानी है, दैन वी आर हेयर। एंड एनविजन जो नवी टैक्नोलॉजी आई है ड्राई आई के अंदर रेवोल्यूशन है, ਉਹਦਾ ਤੁਸੀਂ ਭਰਪੂਰ फ़ायदा उठाओ। ਸੋ ਬਿਲਕੁਲ ਲਾਭ ਉਠਾ ਸਕਦੇ ਹੋ ਨਵੀਂ ਟੈਕਨੋਲੋਜੀ ਦਾ, ਜਿਹੜੀ ਤੁਹਾਡੇ ਲਈ ਲਾਭਦਾਇਕ ਸਿੱਧ ਹੋਏਗੀ। ਚੰਡੀਗੜ੍ਹ ਤੋਂ ਕੈਮਰਾ ਪਰਸਨ ਆਕਾਸ਼ ਨਾਲ ਪ੍ਰਿੰਸ ਗਰਗ, ਦੈਨਿਕ ਸਵੇਰਾ TV।